ਛੋਟਾ ਜਿਹਾ ਬੱਚਾ ਹੁੰਦਾ ਜਦੋਂ ਜਨਮ ਹੁੰਦਾ ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਪਹਿਲੇ ਪਿਆਰ ਲੱਗਾ ਥਣ ਦੁੱਧ। ਸਭ ਤੋਂ ਪਹਿਲਾਂ ਕਿਹਾ ਜਾਂਦਾ, ਜਿਹੜਾ ਫਸਟ ਲਵ ਜਿਹਨੂੰ ਕਹਿੰਦੇ ਨੇ, ਪਹਿਲਾ ਪਿਆਰ, ਗੁਰੂ ਨਾਨਕ ਸਾਹਿਬ ਦੀ ਉਹ ਬਾਣੀ ਆ ਇਹ। ਪਹਿਲੇ ਪਿਆਰ ਲੱਗਾ ਥਣ ਦੁੱਧ। ਇਨਸਾਨ ਦਾ ਪਹਿਲਾ ਪਿਆਰ ਕਿਹਦੇ ਨਾਲ ਪੈਂਦਾ? ਮਾਂ ਦੇ ਦੁੱਧ ਦੇ ਨਾਲ ਉਹਦੀ ਪ੍ਰੀਤ ਹੁੰਦੀ ਆ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਦੂਜੇ ਮਾਏ ਬਾਪ ਕੀ ਸੁਧ। ਮਾਂ ਬਾਪ ਦੀ ਸੋਝੀ ਤਾਂ ਫਿਰ ਆਉਂਦੀ ਆ ਉਹਨੂੰ, ਵੀ ਇਹ ਮੇਰੇ ਮਾਤਾ ਨੇ, ਇਹ ਮੇਰੇ ਪਿਤਾ ਜੀ ਨੇ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ। ਫਿਰ ਉਹਨੂੰ ਭੈਣਾਂ ਦੀ, ਭਰਾਵਾਂ ਦੀ, ਰਿਸ਼ਤਿਆਂ ਦੀ, ਕਦਰਾਂ ਕੀਮਤਾਂ ਦੀ ਸਮਝ ਆਉਂਦੀ ਆ। ਚੌਥੇ ਪਿਆਰ ਉਪੰਨੀ ਖੇਡ। ਫਿਰ ਕਿਹਾ ਜਾਂਦਾ ਵੀ ਇਹ ਬੱਚਾ ਹੈ, ਬਾਲੜਾ ਵਾ। ਹੌਲੀ ਹੌਲੀ ਉਹ ਖੇਡਦਾ, ਵੱਡਾ ਹੁੰਦਾ, ਉਹਦੇ ਚਾਅ ਪੂਰੇ ਕੀਤੇ ਜਾਂਦੇ ਨੇ ਮਾਂ ਪਿਓ ਦੁਆਰਾ, ਸਕੂਲ ਜਾਂਦਾ। ਪੰਜਵੇਂ ਖਾਣ ਪੀਣ ਕੀ ਧਾਤ। ਫਿਰ ਜਵਾਨੀ ਆ ਜਾਂਦੀ ਆ, ਕਹਿੰਦੇ ਵੀ ਹਜੇ ਖੇਡਣ ਦੀ, ਖਾਣ ਪੀਣ ਦੀ, ਹਟਾਉਣ ਦੀ ਉਮਰ ਆ। ਇੱਦਾਂ ਫਿਰ ਬੰਦੇ ਦੀ ਜ਼ਿੰਦਗੀ ਹੋ ਜਾਂਦੀ ਆ। ਛੇਵੇਂ ਕਾਮ ਨ ਪੁੱਛੈ ਜਾਤ। ਫਿਰ ਵਿਭਚਾਰ ਕਰਨ ਲੱਗਾ ਬੰਦਾ, ਜਾਤ ਨਹੀਂ ਵਹਿੰਦਾ ਇਸਤਰੀ ਦੀ, ਜਾਂ ਇਸਤਰੀ ਮਰਦ ਦੀ ਜਾਤ ਨਹੀਂ ਵਹਿੰਦੀ। ਜਦੋਂ ਗਲਤ ਕਰਮ ਕਰਨਾ ਹੋਵੇ, ਕੋਈ ਕਰਮ ਕਰਨਾ ਹੋਵੇ, ਸਤਵੈ ਸੰਝ ਕੀਆ ਕਰਵਾਸ। ਫਿਰ ਹੌਲੀ ਹੌਲੀ ਇਨਸਾਨ ਦੇ ਅੰਦਰ ਜਿਹੜੇ ਨੇ ਵਿਕਾਰ ਇੱਕ 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 ਕਰਕੇ ਘਰ ਕਰਨੇ ਸ਼ੁਰੂ ਹੋ ਜਾਂਦੇ ਨੇ। ਅੱਠਵੇਂ ਕ੍ਰੋਧ ਹੋਆ ਤਾਂ ਨਾਸ। ਫਿਰ ਉਹ ਕ੍ਰੋਧ ਦੀ ਜ਼ਹਿਰ ਆਪਦੇ ਅੰਦਰ ਭਰ ਲੈਂਦਾ। ਨਾਮ ਹੈ ਧੌਲੇ ਉੱਬੇ ਸਾਹ। ਫਿਰ ਹੌਲੀ 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 ਧੌਲੇ ਆ ਜਾਂਦੇ ਨੇ ਬੰਦੇ ਦੇ। ਚਿੱਟੇ ਕਾਲ ਜਿਹੜੇ ਹੁੰਦੇ ਨੇ, ਚਿੱਟੇ ਵਾਲ ਜਿਹੜੇ ਹੁੰਦੇ ਨੇ, ਕਾਲੇ ਵਾਲ ਜਿਹੜੇ ਹੁੰਦੇ ਨੇ ਧੌਲਿਆਂ ਦੇ ਰੂਪ ਵਿੱਚ, ਫਿਰ ਸਫੇਦ ਹੋ ਜਾਂਦੇ, ਚਿੱਟੇ ਹੋ ਜਾਂਦੇ ਨੇ। ਨਾਮੇ ਧੌਲੇ ਉੱਬੇ ਸਾਹ, ਸਾਹ ਔਖੇ ਆਉਣ ਲੱਗ ਜਾਂਦੇ ਨੇ। 10 ਵਹਿ ਦੱਦਾ ਹੋਆ ਸਵਾ, ਗਏ ਸਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਇਰਾ। ਆਇਆ ਗਿਆ ਮੋਇਆ ਨਾਉ। ਫਿਰ ਬੰਦਾ ਆਉਂਦਾ ਹੈ, ਇਨਸਾਨ ਚਲਾ ਜਾਂਦਾ। ਕਹਿਣ ਦਾ ਭਾਵ ਇਹ ਆ ਵੀ ਬੰਦੇ ਦੇ ਅੰਦਰ ਹੀ ਇੱਕ ਜ਼ਹਿਰ ਆ, ਬੰਦੇ ਦੇ ਅੰਦਰ ਹੀ ਅੰਮ੍ਰਿਤ ਆ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ। ਰੰਗ ਤਮਾਸ਼ਾ ਪੂਰਨ ਆਸਾ, ਕਬ ਹੈ ਨਾ ਵਿਆਪੈ ਚਿੰਤਾ। ਇਨਸਾਨ ਦੇ ਅੰਦਰ ਬੜੇ ਪ੍ਰਕਾਰ ਦੀਆਂ ਜ਼ਹਿਰਾਂ ਨੇ। ਗੁੱਸਾ ਇੱਕ ਜ਼ਹਿਰ ਆ, ਗੁੱਸਾ ਇੱਕ ਜ਼ਹਿਰ ਆ। ਈਰਖਾ ਇੱਕ ਜ਼ਹਿਰ ਆ। ਇਹਦੇ ਨਾਲ ਅਸੀਂ ਆਪਣੇ ਆਪ ਨੂੰ ਭਰਦੇ ਹਾਂ। ਜ਼ਹਿਰ ਅਸੀਂ ਪੀਂਦੇ ਹਾਂ ਤੇ ਆਸ ਕਰਦੇ ਹਾਂ ਵੀ ਕੋਈ ਦੂਜਾ ਮਰ ਜਾਵੇ। ਗੁੱਸਾ ਇੱਕ ਇਹੋ ਜਿਹੀ ਚੀਜ਼ ਆ, ਪੀਂਦੇ ਤੁਸੀਂ ਹੋ, ਗਲਤੀ ਕਿਸੇ ਦੀ ਹੁੰਦੀ ਆ। ਜ਼ਹਿਰ ਤੁਸੀਂ ਪੀਂਦੇ ਹੋ ਤੇ ਆਸ ਕਰਦੇ ਹੋ ਵੀ ਦੂਜਾ ਮਰ ਜਾਵੇ। ਗੁੱਸਾ ਇੱਕ ਇਹੋ ਜਿਹੀ ਚੀਜ਼ ਆ। ਤਾਂ ਇਸ ਪ੍ਰਕਾਰ ਨਾਲ ਫਿਰ ਇਹ ਇੰਨੇ ਤਰ੍ਹਾਂ ਦੇ ਜ਼ਹਿਰ ਨੇ। ਦੇਖੋ, ਸੱਚ ਇੱਕ ਤਰ੍ਹਾਂ ਦਾ ਹੀ ਹੁੰਦਾ। ਜਿਹੜੀ ਹੈਰਾਨੀ ਵਾਲੀ ਗੱਲ ਆ ਉਹ ਇਹ ਆ, ਸੱਚ ਇੱਕ ਤਰ੍ਹਾਂ ਦਾ ਹੁੰਦਾ, ਝੂਠ ਕਈ ਤਰ੍ਹਾਂ ਦੇ ਹੁੰਦੇ ਨੇ। ਬਾਣੀ, ਗੁਰਬਾਣੀ, ਕੀਰਤਨ ਸੱਚ ਹੈ। ਸੱਚ ਪਰਮਾਤਮਾ ਹੈ। ਪਰਮਾਤਮਾ ਦੇ ਬਾਰੇ ਜੋ ਕਿਹਾ ਜਾਂਦਾ ਉਹ ਸੱਚ ਹੀ ਆ। ਜੋ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੈ, ਸੱਚ ਹੀ ਆ। ਸੱਚ ਇੱਕ ਤਰ੍ਹਾਂ ਦਾ ਹੈ, ਵਿਕਾਰ ਬਾਲੇ ਤਰ੍ਹਾਂ ਦੇ ਨੇ। ਤਾਂ ਫਿਰ ਉਹ ਜਦੋਂ ਜ਼ਿਆਦਾ ਤਰ੍ਹਾਂ ਦੇ ਨੇ, ਚੀਜ਼ ਬਚਾਉਣ ਵਾਲੀ ਇੱਕ ਆ, ਸਾਨੂੰ ਫਸਾਉਣ ਵਾਲੇ ਬਹੁਤ ਨੇ। ਸਰਬਰ ਪੰਖੀ ਹੇਕੜੋ ਫਾਹੀ ਵਾਲ 50, ਇਹ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ। ਫਰੀਦ ਸਾਹਿਬ ਜੀ ਕਹਿੰਦੇ ਇਨਸਾਨ ਨੂੰ ਬਚਾਉਣ ਵਾਲਾ ਇੱਕ ਹੀ ਆ, ਗੁਰੂ। ਫਸਾਉਣ ਵਾਲੇ 50 ਨੇ। ਫਾਹੀਵਾਲ, ਫਾਹੀਵਾਲ ਦੇ ਅਰਥ ਨੇ ਸ਼ਿਕਾਰੀ, ਸ਼ਿਕਾਰੀ 50 ਨੇ।
ਜਦੋਂ ਫਸਾਉਣ ਵਾਲੇ 50 ਨੇ, ਛਡਾਉਣ ਵਾਲਾ ਇੱਕ, ਤੇ ਬੰਦੇ ਦੀ ਫਸਣ ਦੀ ਸੰਭਾਵਨਾ ਬਾਹਲੀ ਆ, ਜਾਲ ਦੇ ਵਿੱਚ ਫਸਣ ਦੀ ਸੰਭਾਵਨਾ ਬਾਹਲੀ ਆ। ਇੱਦਾਂ ਤੁਸੀਂ ਵੱਧ ਸਮਝੋਗੇ, ਹੋਰ ਕਲੀਅਰ ਹੋਊਗੀ ਗੱਲ। ਮੰਨ ਲਓ ਇੱਕ ਤੇ ਸਮੁੰਦਰ ਕੰਢੇ 50 ਮਛੇਰੇ ਨੇ, ਵੱਖ-ਵੱਖ ਉਹਨਾਂ ਕੋਲ ਜਾਲ ਨੇ, ਉਹ ਮੱਛੀਆਂ ਨੂੰ ਫੜਨਾ ਚਾਹੁੰਦੇ ਨੇ। ਉੱਥੇ ਕੋਈ ਇੱਕ ਆ ਜਿਹੜਾ ਉਹਨਾਂ ਨੂੰ ਬਚਾਉਣਾ ਚਾਹੁੰਦਾ। ਹੁਣ ਵੱਧ ਸੰਭਾਵਨਾ ਇਹ ਹੋਣੀ ਆ ਕਿ ਉਹ ਫੜੀਆਂ ਜਾਣਗੀਆਂ। ਫਰੀਦ ਸਾਹਿਬ ਜੀ ਦਾ ਹੀ ਇਹ ਬੋਲ ਹੈ, ਭਗਤਾਂ ਦੀ ਹੀ ਬਾਣੀ ਆ ਕਿ ਫਾਹੀ ਵਾਲ 50, ਫੜਨ ਵਾਲੇ 50 ਨੇ, ਛਡਾਉਣ ਵਾਲਾ ਇੱਕ ਆ, ਤੇ ਬੰਦੇ ਦੀ ਸੰਭਾਵਨਾ ਇਹ ਆ ਵੀ ਉਹ ਫਸ ਜਾਏਗਾ। ਇਹ ਤਾਂ ਬਾਹਰੀ ਉਦਾਹਰਨ ਦਿੱਤੀ ਆ। ਕ੍ਰੋਧ ਆ ਬਾਹਰ, ਹੰਕਾਰ ਆ ਬਾਹਰ, ਵਿਕਾਰ ਨੇ ਬਾਹਰ, ਗੁੱਸਾ ਵਾ, ਈਰਖਾ ਵਾ, ਦੁਬਦਾ ਵਾ, ਰੋਸੇ ਗਲੇ ਨੇ, ਫਸਣ ਦੀ ਸੰਭਾਵਨਾ ਬਾਹਲੀ ਆ। ਬੰਦਾ ਫਸ ਹੀ ਜਾਂਦਾ ਕਿਵੇਂ ਨਾ ਕਿਵੇਂ। ਇੱਕ ਮਹਾਂਪੁਰਸ਼ਾਂ ਨੇ ਬੜੀ ਸੁੰਦਰ ਗੱਲ ਲਿਖੀ, ਕਹਿੰਦੇ ਜਿਹੜੇ ਵਿਕਾਰ ਹੁੰਦੇ ਨੇ ਇਹ ਇੱਦਾਂ ਜਾਣੋ ਜਿਵੇਂ ਮੱਛੀ ਨੂੰ ਫੜਨ ਲਈ ਕੀ ਕਰਦੇ ਨੇ, ਕਾਂਟਾ ਹੁੰਦਾ ਨਾ, ਕਾਂਟੇ ਦੇ ਉੱਪਰ ਆਟਾ ਲਾਉਂਦੇ ਨੇ। ਮੱਛੀ ਵਿਚਾਰੀ ਨੂੰ ਲੱਗਦਾ ਵੀ ਇਹ ਮੈਨੂੰ ਪਿਆਰ ਕਰਦਾ, ਮੈਨੂੰ ਰੋਟੀ ਪਾਉਣ ਲੱਗਾ, ਮੈਨੂੰ ਆਟਾ ਪਾਉਣ ਲੱਗਾ। ਉਹ ਆਟੇ ਦੇ ਵਿੱਚ ਹੀ ਤਿੱਖੀ ਨੁਕੀਲੀ ਜਿਹੜੀ ਹੁੰਦੀ ਆ ਚੀਜ਼, ਜਿਹਦੇ ਕਰਕੇ ਮੱਛੀ ਕੁੰਡੀ ਵਿੱਚ ਫਸ ਜਾਂਦੀ। ਸ਼ੁਰੂ ਦੇ ਵਿੱਚ ਜਿਹੜੀਆਂ ਮਾੜੀਆਂ ਚੀਜ਼ਾਂ ਨੇ, ਜਿਵੇਂ ਨਸ਼ਾ ਵਾ, ਉਹ ਇਦਾਂ ਹੀ ਆ। ਉਹ ਬੰਦੇ ਨੂੰ ਲੱਗਦਾ ਵੀ ਪਤਾ ਨਹੀਂ ਇਹਦੇ ਵਿੱਚ ਕਿੰਨਾ ਕੁ ਰਸ ਆ, ਪਰ ਉਹ ਪਛਾਣ ਨਹੀਂ ਪਾਉਂਦਾ ਵੀ ਇਹਦੇ ਵਿੱਚ ਇੱਕ ਕੁੰਡੀ ਆ ਜਿਹੜੀ ਬਾਅਦ ਵਿੱਚ ਸਾਰਾ ਜੀਵਨ ਬੰਦੇ ਦਾ ਗਲਤਾਨ ਹੋਣਾ। ਗੁੱਸਾ ਵੀ ਇਵੇਂ ਹੀ ਆ। ਪਹਿਲਾਂ ਬੰਦੇ ਨੂੰ ਲੱਗਦਾ ਵੀ ਇਹ ਮੈਨੂੰ ਕਰਨਾ ਚਾਹੀਦਾ, ਰੋਹਬ ਰੱਖਣਾ ਚਾਹੀਦਾ ਦੂਜਿਆਂ ਤੇ, ਫਿਰ ਉਹਨੂੰ ਪਤਾ ਲੱਗਦਾ ਤਾਂ ਮੇਰੀ ਸਿਹਤ ਖਰਾਬ ਕਰਦਾ। ਗੁਰਬਾਣੀ ਤੁਸੀਂ ਪੜ੍ਹ ਲਓ, ਜਿੰਨਾ ਨਾਸ ਗੁੱਸਾ ਮਾਰਦਾ ਸਰੀਰ ਦਾ, ਇੰਨਾ ਕੋਈ ਹੋਰ ਚੀਜ਼ ਮਾਰਦੀ ਨਹੀਂ। ਖਾਣ ਪੀਣ ਵੀ ਨਹੀਂ ਮਾਰਦਾ, ਇੱਥੋਂ ਤੱਕ ਈਵਨ ਕਿ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ ਹੈ। ਕਾਮ ਵਾਸ਼ਨਾ, ਕ੍ਰੋਧ ਜਿਹੜਾ ਇਹ ਸਰੀਰ ਨੂੰ ਤਬਾਹ ਕਰ ਦਿੰਦਾ ਹੈ। ਜਿਵੇਂ ਜੰਗਲ ਦੇ ਵਿੱਚ ਹਰੇ ਭਰੇ ਵਿੱਚ ਅੱਗ ਲਾ ਦਈਏ ਆਪਾਂ, ਤਬਾਹ ਨਹੀਂ ਹੋ ਜਾਂਦਾ, ਇੱਦਾਂ ਹੀ ਵਿਕਾਰ ਤੁਹਾਨੂੰ ਅੰਦਰੋਂ ਖਤਮ ਕਰਦੇ ਨੇ, ਅੰਦਰੋਂ ਖੋਖਲਾ ਕਰਦੇ ਨੇ ਚੀਜ਼ਾਂ ਇਹ ਜਿਹੜੀਆਂ ਨੇ। ਜਿਸ ਦਿਨ ਤੁਸੀਂ ਜਾਣੋਗੇ ਨਾ, ਜਿਸ ਦਿਨ ਤੁਸੀਂ ਜਾਣੋਗੇ ਵਾਕਈ ਇਹ ਮੈਨੂੰ ਖੋਖਲੇ ਕਰਦੇ ਨੇ, ਉਸ ਦਿਨ ਬੰਦੇ ਦਾ ਛੁਟਕਾਰਾ ਹੁੰਦਾ। ਪਰ ਇਹ ਸਮਝ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਤੋਂ ਮਿਲਦੀ ਹੈ। ਗੁਰ ਪੂਰੈ ਕੀਤੀ ਪੂਰੀ। ਗੁਰੂ ਦੱਸ ਵੀ ਦਿੰਦਾ ਕਈ ਵਾਰੀ ਵੀ ਗੁੱਸਾ, ਕ੍ਰੋਧ ਮਾੜਾ ਸਿਹਤ ਲਈ। ਬੰਦਾ ਜਿਹੜਾ ਹੈ ਬੰਦਾ ਫੇਰ ਕਰਦਾ। ਮੈਂ ਇੱਕ ਪੁਸਤਕ ਪੜ੍ਹੀ ਸੀ, ਉਹ 'ਚ ਬੜਾ ਪਿਆਰਾ ਲਿਖਿਆ, ਦੇਖੋ ਇਹਨੂੰ ਪੂਰੇ ਧਿਆਨ ਨਾਲ ਸੁਣਨਾ। ਜੇ ਤੁਸੀਂ ਇੱਧਰ ਉੱਧਰ ਹੋ ਗਏ ਤੁਹਾਨੂੰ ਸਮਝ ਨਹੀਂ ਆਉਣੀ ਇਹ ਗੱਲਾਂ ਦੀ। ਕਹਿੰਦੇ ਬੇਈਮਾਨੀ ਕਰਨੀ ਪਾਪ ਆ, ਬੇਈਮਾਨੀ ਕਰਨੀ ਪਾਪ ਆ, ਸਾਰੇ ਜਾਣਦੇ ਆ ਤੇ ਕਰਦੇ ਵੀ ਆ। ਕਿਸੇ ਨੂੰ ਧੋਖਾ ਦੇਣਾ ਪਾਪ ਆ, ਸਾਰੇ ਜਾਣਦੇ ਨੇ ਪਰ ਦਿੰਦੇ ਵੀ ਆ। ਇਹ ਅਧੂਰਾ ਗਿਆਨ ਆ। ਕਹਿੰਦੇ ਕਿਸੇ ਚੀਜ਼ ਬਾਰੇ ਪਤਾ ਹੋਣਾ ਤੇ ਕਰਨਾ ਵੀ। ਗੁੱਸਾ ਕਰਨਾ ਲੋਕੀ ਨੂੰ ਨਹੀਂ ਪਤਾ ਵੀ ਮਾੜਾ, ਪਰ ਲੋਕ ਕਰਦੇ ਨੇ। ਇਹ ਅਧੂਰਾ ਗਿਆਨ ਆ। ਇਹਨੂੰ ਕਹਿੰਦੇ ਨੇ ਮੌਤ ਤਾਂ ਤੁਹਾਨੂੰ ਬਾਅਦ 'ਚ ਮਾਰਦੀ ਆ, ਤੁਹਾਡੀ ਨਾ ਸਮਝੀ ਤੁਹਾਨੂੰ ਪਹਿਲਾਂ ਹੀ ਮਾਰ ਦਿੰਦੀ ਹੈ, ਜ਼ਿੰਦਗੀ ਜਿਉਣ ਹੀ ਨਹੀਂ ਦਿੰਦੀ। ਕਹਿੰਦੇ ਬੇਈਮਾਨੀ ਕਰਨੀ ਪਾਪ ਆ, ਪਰ ਲੋਕ ਕਰਦੇ ਨੇ, ਅਧੂਰਾ ਗਿਆਨ ਆ। ਬੇਈਮਾਨੀ ਕਰਨੀ ਪਾਪ ਆ, ਮੈਂ ਨਹੀਂ ਕਰ ਰਿਹਾ, ਇਹ ਸੱਚਾ ਗਿਆਨ ਆ। ਝੂਠ ਬੋਲਣਾ ਪਾਪ ਆ, ਮੈਂ ਬੋਲੀ ਜਾ ਰਿਹਾ, ਅਧੂਰਾ ਗਿਆਨ ਆ। ਝੂਠ ਬੋਲਣਾ ਪਾਪ ਆ, ਮੈਂ ਛੱਡਤਾ, ਸੱਚਾ ਗਿਆਨ ਆ। ਅਧੂਰੇ ਗਿਆਨ ਦੇ ਨਾਲ ਬੰਦੇ ਨੂੰ ਵਿਦਵਾਨ ਹੋਣ ਦੇ, ਗਿਆਨੀ ਹੋਣ ਦੇ ਭੁਲੇਖੇ ਪੈਂਦੇ ਨੇ। ਸੱਚੇ ਗਿਆਨ ਦੇ ਨਾਲ ਬੰਦਾ ਵਾਕਈ ਵਿਦਵਾਨ ਹੋ ਜਾਂਦਾ। ਇਹ ਫਰਕ ਆ। ਬੇਈਮਾਨੀ ਕਰਨੀ ਪਾਪ ਆ, ਸਭ ਨੂੰ ਪਤਾ, ਕਿਹਨੂੰ ਨਹੀਂ ਪਤਾ, ਲੋਕ ਕਰਦੇ ਨੇ, ਅਧੂਰਾ ਗਿਆਨ ਆ। ਗਿਆਨ ਹੈਗਾ, ਇਹ ਨਹੀਂ ਸਿਆਣੇ ਸਾਰੇ ਨੇ, ਪਰ ਅਧੂਰਾ ਵਾ। ਅੱਧਾ ਗਿਆਨ ਤਾਂ ਬਹੁਤ ਖਤਰਨਾਕ ਹੁੰਦਾ। ਅੱਧੀ ਚੀਜ਼ ਬਾਰੇ ਤੁਹਾਨੂੰ ਪਤਾ, ਅੱਧਾ ਨਹੀਂ ਪਤਾ, ਤੇ ਤੁਸੀਂ ਨੁਕਸਾਨ ਵੱਧ ਕਰੋਗੇ।
ਜੇ ਤੁਹਾਨੂੰ ਪੂਰਾ ਨਹੀਂ ਨਾ ਪਤਾ ਤੇ ਨੁਕਸਾਨ ਕਰ ਬੈਠੋਗੇ ਆਪ ਦਾ। ਇਦਾਂ ਹੀ ਹੋ ਰਿਹਾ। ਲੋਕਾਂ ਨੂੰ ਗਿਆਨ ਹੈ, ਅਧੂਰਾ ਗਿਆਨ, ਪੂਰਾ ਗਿਆਨ ਨਹੀਂ। ਪੂਰਾ ਗਿਆਨ ਜਿਹੜਾ ਹੁੰਦਾ ਉਹ ਗੁਰ ਪੂਰੈ ਕੀਤੀ ਪੂਰੀ, ਉਹ ਗੁਰੂ ਬਖਸ਼ਦਾ ਹੈ। ਪ੍ਰਭ ਰਵ ਰਹਿਆ ਭਰਪੂਰੀ। ਇੱਕ ਬੜੀ ਸੁੰਦਰ ਕਹਾਣੀ ਮੈਂ ਪੜ੍ਹੀ, ਜਿਵੇਂ ਬੰਦੇ ਦੇ ਅੰਦਰ ਵਿਕਾਰ ਹੁੰਦੇ ਨੇ। ਅੰਗਰੇਜ਼ ਵੀਰਾਂ ਦੀ ਪੁਸਤਕ ਆ ਦੀ ਸਟੋਰੀਜ਼ ਫਰੋਮ ਹੇਅਰ ਐਂਡ ਦੇਅਰ। ਉਹਦੇ ਹੁਣ ਨਾ ਤੇ ਪੰਜਾਬੀ ਵਿੱਚ ਵੀ ਅਨੁਵਾਦ ਕਰੀ ਜਾਂਦੇ ਨੇ ਅੰਗਰੇਜ਼ਾਂ ਦਾ, ਕਿਉਂਕਿ ਕਈ ਲੋਕਾਂ ਨੂੰ ਪੜ੍ਹਨੀਆਂ ਨਹੀਂ ਨਾ ਆਉਂਦੀਆਂ। ਆਪਣੀ ਅੰਗਰੇਜ਼ੀ ਭਾਸ਼ਾ ਸਾਰਿਆਂ ਨੂੰ ਨਹੀਂ ਆਉਂਦੀ ਹੁੰਦੀ। ਤੇ ਖੁਸ਼ੀ ਦਾ ਰਾਜ ਉਹਨਾਂ ਨਾਂ ਰੱਖਿਆ ਉਹਦਾ, ਵੀ ਦੀ ਵਨ ਸਟੋਰੀ ਕੈਨ ਚੇਂਜ ਯੂਅਰ ਲਾਈਫ। ਵੀ ਇੱਕ ਕਹਾਣੀ ਤੁਹਾਡੀ ਜ਼ਿੰਦਗੀ ਬਦਲ ਸਕਦੀ ਆ। ਇੱਕ ਕੰਜੂਸ ਬੰਦਾ ਸੀ, ਉਹ 'ਚ ਮੈਂ ਪੜ੍ਹਿਆ, ਬੜਾ ਕੰਜੂਸ ਸੀ। ਵਿਕਾਰ ਨੇ ਕਈ ਤਰ੍ਹਾਂ ਦੇ ਨੇ, ਫਸਾਉਣ ਵਾਲੇ ਬਹੁਤ ਨੇ। ਕੰਜੂਸੀ ਵੀ ਇੱਕ ਵਿਕਾਰ ਆ। ਉਹਨੇ ਕੀ ਕੀਤਾ ਨਾ, ਬਹੁਤ ਧਨ ਜੋੜਿਆ, ਬਹੁਤ ਸਾਰਾ ਧਨ ਜੋੜਿਆ, ਪਰ ਉਹ ਤੋਂ ਕੁਝ ਨਾ ਪਰਿਵਾਰ ਨੂੰ ਲਾਭ ਲੈਣ ਦਿੱਤਾ ਤੇ ਨਾ ਆਪ ਲਿਆ। ਇੱਕ ਦਿਨ ਸਾਰਾ ਵੇਚ ਕੇ ਸੋਨਾ ਖਰੀਦ ਲਿਆ। ਸੋਨਾ ਖਰੀਦ ਕੇ ਕੀ ਕੀਤਾ ਕਿ ਉਹਨੂੰ ਢਾਲ ਕੇ ਇੱਕ ਉਹਦਾ ਟੁਕੜਾ ਬਣਾਇਆ ਸੁਨਿਆਰੇ ਤੋਂ, ਉਹਨੂੰ ਧਰਤੀ 'ਚ ਦੱਬਤਾ। ਹੁਣ ਦੂਜੇ ਦਿਨ ਜਾਵੇ, ਰੋਜ਼ ਵਾਂਗ ਜਾਵੇ, ਉਹਨੂੰ ਦੇਖਣ ਵੀ ਕੋਈ ਤੇ ਕਿਸੇ ਨੇ ਕੱਢ ਤਾਂ ਨਹੀਂ ਲਿਆ। ਇੱਕ ਬੰਦਾ ਸੀ, ਉਹਨੇ ਇਹਨੂੰ ਦੇਖ ਲਿਆ ਕਰਦੇ ਨੂੰ, ਕਹਿੰਦਾ ਜ਼ਰੂਰ ਇਹਦਾ ਇੱਥੇ ਕੁਝ ਦੱਬਿਆ ਹੋਇਆ। ਵੀ ਵਾਰ-ਵਾਰ ਦੇਖਦਾ ਇਹ ਵੀ ਕੁਝ ਨਾ ਕੁਝ ਹੈ ਇੱਥੇ। ਉਹ ਜਦੋਂ ਵੇਖ ਕੇ ਗਿਆ ਤੇ ਉਹਨੇ ਪਿੱਛੋਂ ਟੋਆ ਪੁੱਟਿਆ ਤੇ ਉਹਦਾ ਦੱਬਿਆ ਹੋਇਆ ਸੋਨੇ ਦਾ ਟੁਕੜਾ ਕੱਢ ਲਿਆ, ਚੁਰਾ ਲਿਆ ਉਹਨੇ। ਇਹ ਅਗਲੇ ਦਿਨ ਆਇਆ ਤੇ ਰੋਇਆ, ਬਹੁਤ ਰੋਇਆ। ਸਾਰੀ ਜ਼ਿੰਦਗੀ ਦੀ ਕਮਾਈ ਸੀ। ਕਹਿੰਦਾ ਮੈਂ ਤਾਂ ਬਹੁਤ ਜ਼ਿਆਦਾ, ਮੈਨੂੰ ਤਾਂ ਨੁਕਸਾਨ ਹੋ ਗਿਆ। ਆਪਦੇ ਗਵਾਂਢੀ ਨੂੰ ਦੱਸਣ ਗਿਆ ਵੀ ਇਦਾਂ ਕਰਕੇ ਹੋਇਆ। ਇੱਕ ਸੋਨੇ ਦਾ ਟੁਕੜਾ ਸੀ, ਸੋਨੇ ਦਾ ਟੁਕੜਾ ਸੀ। ਮੈਂ ਸਾਰੀ ਦੌਲਤ ਵੇਚ ਕੇ ਉਹ ਖਰੀਦਿਆ, ਉਹ ਦੱਬਿਆ ਤੇ ਚੋਰੀ ਹੋ ਗਿਆ। ਰੋਂਦਾ ਸੀ। ਇਹਦਾ ਗਵਾਂਢੀ ਕਹਿੰਦਾ ਲੈ ਇਹਦੇ ਵਿੱਚ ਰੋਣ ਵਾਲੀ ਕਿਹੜੀ ਗੱਲ ਆ ਤੈਨੂੰ, ਤੂੰ ਇਉਂ ਕਰ, ਉੱਥੇ ਓਨੇ ਹੀ ਵਜਨ ਦਾ ਇੱਕ ਪੱਥਰ ਦਾ ਟੁਕੜਾ ਦੱਬ ਦੇ, ਉਹਨੂੰ ਸਮਝ ਵੀ ਉਹ ਸੋਨੇ ਦਾ ਟੁਕੜਾ। ਕਿਉਂਕਿ ਸੋਨੇ ਤੋਂ ਵੀ ਤੂੰ ਕਿਹੜਾ ਲਾਭ ਲੈਣਾ ਸੀ, ਸੋਨੇ ਨੂੰ ਤੂੰ ਕਿਹੜਾ ਕਿਸੇ ਦਾ ਭਲਾ ਕਰਨਾ ਸੀ, ਦਾਨ ਕਰਨਾ ਸੀ, ਕਿਸੇ ਜਵਾਕ ਨੂੰ ਪੜ੍ਹਾਉਣਾ ਸੀ, ਉਹ ਦੱਬਿਆ ਹੀ ਰਹਿਣਾ ਸੀ ਧਰਤੀ 'ਚ। ਹੁਣ ਤੂੰ ਪੱਥਰ ਲੈ ਲਾ, ਇੱਕ ਪੱਥਰ ਦਾ ਟੁਕੜਾ ਓਨੇ ਵਜਨ ਦਾ, ਉਹਨੂੰ ਧਰਤੀ ਹੇਠ ਦੱਬ ਦੇ, ਕਹਿ ਇਹਨੂੰ ਵੀ ਇਹ ਸੋਨੇ ਦਾ ਹੀ ਆ, ਸਮਝ ਲਾ ਬਸ। ਤੂੰ ਨਾ ਸੋਨੇ ਤੋਂ ਕੋਈ ਲਾਭ ਲੈਣਾ ਸੀ, ਸੋਨਾ ਤੇਰੇ ਲਈ ਪੱਥਰ ਬਰਾਬਰ ਹੀ ਆ। ਨਾ ਕਿਸੇ ਨੇ ਦਾਨ ਪੁੰਨ, ਨਾ ਕਿਸੇ ਦੀ ਮਦਦ ਕਰਨੀ ਸੀ, ਉਹ ਦੱਬੇ ਹੀ ਰਹਿਣਾ ਸੀ, ਤੇ ਪੱਥਰ ਨੂੰ ਸੋਨਾ ਸਮਝ ਲਾ। ਲੋਕ ਇਦਾਂ ਦੇ ਨੇ, ਜੋ ਉਹਨਾਂ ਦੇ ਪਾਸ ਹੁੰਦਾ ਉਹ ਤੋਂ ਲਾਭ ਨਹੀਂ ਕਮਾ ਪਾਉਂਦੇ, ਜ਼ਿੰਦਗੀ ਜਿਉਂ ਨਹੀਂ ਪਾਉਂਦੇ। ਮੋਰਲੇ ਦਾ ਇਹੀ ਨਿਕਲਦਾ, ਸਟੋਰੀ ਦਾ, ਕਹਾਣੀ ਦਾ, ਜੋ ਸਾਡੇ ਕੋਲ ਹੁੰਦਾ ਅਸੀਂ ਉਹਨੂੰ ਕੱਲ੍ਹ ਤੇ ਛੱਡ ਦਿੰਦੇ ਹਾਂ। ਗੁਰੂ ਮਹਾਰਾਜ ਕਹਿੰਦੇ, ਕਬੀਰ ਸਾਹਿਬ ਜੀ ਕਹਿੰਦੇ ਨੇ, ਇਹ ਦੋਹੇ ਵੀ ਨੇ, ਕਾਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਲ ਮੈਂ ਪਰਲੇ ਹੋਏਗੀ, ਬਹੁਰ ਕਰੇਗਾ ਕਬ। ਇਹ ਦੋਹਾ ਹਿੰਦੀ ਦਾ ਹੈ। ਕਬੀਰ ਸਾਹਿਬ ਜੀ ਐਵੇਂ ਕਹਿੰਦੇ ਨੇ, ਕਬੀਰ ਕਾਲ ਕਰਨ ਤਾਂ ਅਬ ਹੈ ਕਰ, ਅਬ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਇਨਸਾਨ ਪਤਾ ਕਹਿੰਦੇ ਜਿਉਂ ਕਿਉਂ ਨਹੀਂ ਪਾਉਂਦਾ। ਕਬੀਰ ਸਾਹਿਬ ਜੀ ਕਹਿੰਦੇ ਕੱਲ ਤੇ ਛੱਡਦਾ, ਆਉਣ ਵਾਲੇ ਕੱਲ ਤੇ ਛੱਡ ਦਿੰਦਾ। ਉਹ ਕਹਿੰਦਾ ਮੈਂ ਕੱਲ ਨੂੰ ਜਿਊਂਗਾ, ਮੈਂ ਪਰਸੋਂ ਨੂੰ ਜਿਊਂਗਾ, ਮੈਂ ਅਗਲੇ ਮਹੀਨੇ ਜ਼ਿੰਦਗੀ ਸ਼ੁਰੂ ਕਰੂੰਗਾ ਜਿਉਣੀ। ਜ਼ਿੰਦਗੀ ਕੱਲ 'ਚ ਨਹੀਂ ਹੁੰਦੀ, ਜ਼ਿੰਦਗੀ ਹਮੇਸ਼ਾ ਅੱਜ 'ਚ ਹੁੰਦੀ ਆ। ਬਾਣੀ ਇਹ ਸਾਨੂੰ ਦੱਸਦੀ ਆ, ਆਜ ਮਲਾਵਾਂ ਸੇਖ ਫਰੀਦ, ਤਾਕਿਮ ਕੁੰਜੜੀਆਂ ਮਨੋ ਮਚਿੰਦੜੀਆਂ। ਜ਼ਿੰਦਗੀ ਜਿਹੜੀ ਆ ਨਾ ਉਹ ਹਮੇਸ਼ਾ ਹੀ ਆਉਣ ਵਾਲੇ ਕੱਲ੍ਹ 'ਚ ਨਹੀਂ ਹੁੰਦੀ, ਉਹ ਹਮੇਸ਼ਾ ਅੱਜ 'ਚ ਹੁੰਦੀ ਹੈ। ਅਸੀਂ ਇਹ ਸੋਚਦੇ ਰਹਿੰਦੇ ਹਾਂ ਪਹਿਲਾਂ ਸਭ ਕੁਝ ਠੀਕ ਕਰ ਲਈਏ ਫਿਰ ਜਿਉਵਾਂਗੇ, ਅਸੀਂ ਸਭ ਠੀਕ ਕਰ ਲਈਏ ਪਰਸੋਂ ਨੂੰ ਜਿਉਵਾਂਗੇ, ਕੱਲ੍ਹ ਨੂੰ ਜਿਉਵਾਂਗੇ। ਇੱਦਾਂ ਹੀ ਅਸੀਂ ਬਾਣੀ ਨਾਲ ਵੀ ਕਰਨ ਲੱਗ ਜਾਂਦੇ ਹਾਂ। ਕਹਿੰਦੇ ਆ ਵੀ ਕੱਲ੍ਹ ਨੂੰ ਪੜ੍ਹਾਂਗੇ ਬਾਣੀ, ਸ਼ਾਮ ਨੂੰ ਪੜ੍ਹ ਲਾਂਗੇ, 2 ਮਹੀਨਿਆਂ ਬਾਅਦ ਪੜ੍ਹ ਲਾਂਗੇ। ਬੱਚੇ ਕਹਿੰਦੇ ਨੇ ਹਜੇ ਬੱਚੇ ਛੋਟੇ ਆ, ਵੀ ਕੋਈ ਨਾ ਜਵਾਨ ਹੋ ਜਾਣਗੇ ਉਦੋਂ ਪੜ੍ਹ ਲਾਂਗੇ। ਜਵਾਨ ਕਹਿੰਦੇ ਵੀ ਜਦੋਂ ਬਜ਼ੁਰਗ ਹੋ ਗਏ
ਕਬੀਲਦਾਰੀ ਨਜਿੱਠੀ ਗਈ ਉਦੋਂ ਕਰਾਂਗੇ। ਇਹ ਪਤਾ ਹੀ ਨਹੀਂ ਬੰਦੇ ਦਾ ਵੀ ਮੌਕਾ ਮਿਲੇ ਕਿ ਨਾ। ਇੱਕ ਮੈਂ ਸਾਖੀ ਪੜ੍ਹੀ ਇੱਕ ਬੱਚੇ ਦੀ ਬੜੀ ਪਿਆਰੀ। ਗੁਰੂ ਨਾਨਕ ਸਾਹਿਬ ਜੀ ਦੀਵਾਨ ਸਜਾਉਂਦੇ ਹੁੰਦੇ ਸੀ। ਗੁਰੂ ਨਾਨਕ ਸਾਹਿਬ ਜੀ ਦੀਵਾਨ ਸਜਾਉਂਦੇ ਹੁੰਦੇ ਸੀ ਕਰਤਾਰਪੁਰ ਦੇ ਵਿੱਚ। ਸੋਹਣਾ ਦੀਵਾਨ ਸੀ, ਸਰੰਦਾ ਵੱਜਦਾ ਸੀ, ਰਬਾਬ ਦੀਆਂ ਤਾਰਾਂ ਛਿੜਦੀਆਂ ਸੀ, ਕੀਰਤਨ ਹੁੰਦਾ ਸੀ। ਇੱਕ ਬੱਚਾ ਹੁੰਦਾ ਸੀ ਬਹੁਤ ਛੋਟੀ ਉਮਰ ਦਾ, ਅੱਗੇ ਆ ਕੇ ਬਹਿ ਜਾਣਾ, ਕੀਰਤਨ ਸੁਣਦਾ ਸੀ। ਪੁੱਛਿਆ ਕਿਸੇ ਨੇ, ਕਹਿੰਦੇ ਤੈਨੂੰ ਲਗਨ ਕਿੱਥੋਂ ਲੱਗੀ ਆ? ਆਮ ਕਹਿੰਦੇ ਜਿਹੜੇ ਜਵਾਨ ਨੇ ਉਹ ਵੀ ਨਹੀਂ ਆਉਂਦੇ, ਬਜ਼ੁਰਗ ਮਸਾਂ ਆਉਂਦੇ ਨੇ, ਤੂੰ ਕਿੱਦਾਂ ਆਉਣ ਲੱਗ ਗਿਆ ਇੰਨੀ ਛੋਟੀ ਉਮਰ 'ਚ? ਕਹਿੰਦਾ ਕੁਝ ਨਹੀਂ, ਬਸ ਇੱਕ ਦਿਨ ਮਾਂ ਨੂੰ ਮੈਂ ਜਦੋਂ ਘਰ ਗਿਆ ਉਦੋਂ ਮੈਂ ਰੋਟੀਆਂ ਪਕਾਉਣੀਆਂ ਸਨ ਮਾਂ ਦੇ ਨਾਲ, ਤੇ ਮਾਂ ਨੇ ਮੈਨੂੰ ਆਖਿਆ ਸੀ, ਮੇਰੇ ਮਾਤਾ ਜੀ ਨੇ ਵੀ, ਲਿਆ ਮੇਰੀ ਅੱਜ ਮਦਦ ਕਰ ਦੇ, ਮੈਨੂੰ ਕੰਮ ਬਹੁਤ ਨੇ। ਅੱਗ ਮਚਾਉਣ ਲੱਗੇ, ਪਹਿਲਾਂ ਮੈਂ ਵੱਡੀਆਂ ਲੱਕੜਾਂ ਫੜਾਤੀਆਂ ਮਾਂ ਨੂੰ, ਤੇ ਉਹ ਕਹਿੰਦੇ ਇਹਦੇ ਨਾਲ ਅੱਗ ਨਹੀਂ ਬਲਦੀ ਹੁੰਦੀ, ਪਹਿਲਾਂ ਨਿੱਕੀਆਂ ਲੱਕੜਾਂ ਦੇ। ਤੇ ਮੈਂ ਅੱਗ ਮਚਾਉਣ ਲੱਗਾ ਵੀ ਮੈਂ ਅੱਜ ਦੇਖਦਾ ਕੋਸ਼ਿਸ਼ ਕਰਕੇ, ਮੈਥੋਂ ਬਲੀ ਨਹੀਂ, ਅੱਗ ਨਹੀਂ ਬਲੀ। ਅੱਗ ਤਾਂ ਨਹੀਂ ਬਲੀ, ਪਹਿਲਾਂ ਮੈਂ ਵੱਡੀਆਂ ਲੱਕੜਾਂ ਲਾਉਣ ਲੱਗ ਗਿਆ। ਤੇ ਮਾਤਾ ਜੀ ਕਹਿੰਦੇ ਇਵੇਂ ਨਹੀਂ ਅੱਗ ਬਲਦੀ, ਪਹਿਲਾਂ ਛੋਟੀਆਂ ਬਾਲ, ਨਿੱਕੀਆਂ ਨਿੱਕੀਆਂ ਬਾਲ, ਫਿਰ ਉਹਨਾਂ ਤੋਂ ਗਾਂ ਅੱਗੇ ਵੱਡੀਆਂ ਲੱਕੜਾਂ ਨੂੰ ਅੱਗ ਲੱਗੇਗੀ, ਫਿਰ ਜਾ ਕੇ ਰੋਟੀ ਪੱਕੇਗੀ। ਕਹਿੰਦਾ ਉਦੋਂ ਮੇਰੇ ਦਿਮਾਗ ਦੇ ਵਿੱਚ ਇੱਕ ਗੱਲ ਆਈ, ਅੱਗ ਜਿਹੜੀ ਆ ਨਿੱਕੀਆਂ ਲੱਕੜਾਂ ਨੂੰ ਪਹਿਲਾਂ ਪੈਂਦੀ ਆ, ਵੀ ਹੋਵੇ ਨਾ ਹੋਵੇ ਮੌਤ ਰੂਪੀ ਅੱਗ ਆ ਕੇ ਮੈਨੂੰ ਛੂਵੇ ਪਹਿਲਾਂ, ਤੇ ਕਿਉਂ ਨਾ ਉਦੋਂ ਪਹਿਲਾਂ ਸੰਗਤ ਕਰ ਲਾਂ। ਮਤਲਬ ਕਿ ਜਿਸ ਦਿਨ ਤੁਸੀਂ ਬਦਲਣਾ ਨਾ, ਤਾਂ ਤੁਹਾਨੂੰ ਘਰ ਦੇ ਵਿੱਚ ਕਿਸੇ ਪਈ ਚੀਜ਼ ਨੇ ਬਦਲ ਦੇਣਾ। ਜੇ ਤੁਸੀਂ ਨਹੀਂ ਬਦਲਣਾ, ਤੁਸੀਂ ਗੁਰੂ ਕੋਲ ਬਹਿ ਕੇ ਵੀ ਨਹੀਂ ਬਦਲਣਾ। ਇਹ ਇੱਕ ਇਹਨੂੰ ਗੁਰੂ ਦੀ ਕਿਰਪਾ ਕਹਿੰਦੇ ਨੇ। ਉਹ ਬੱਚੇ ਨੇ ਬਲਦੀ ਅੱਗ ਦੇਖੀ, ਕਹਿੰਦਾ ਨਿੱਕੀਆਂ ਜਿਹੜੀਆਂ ਲੱਕੜਾਂ ਨੇ ਉਹਨਾਂ ਨੂੰ ਪਹਿਲਾਂ ਪੈਂਦੀ ਅੱਗ, ਵੀ ਕੀ ਪਤਾ ਮੈਂ ਪਹਿਲਾਂ ਹੀ ਚਲਿਆ ਜਾਵਾਂ, ਜਵਾਨੀ ਆਵੇ ਹੀ ਨਾ, ਕੀ ਪਤਾ ਬੁਢੇਪਾ ਆਵੇ ਹੀ ਨਾ। ਮੈਂ ਉਡੀਕਾਂ ਵੀ ਜਵਾਨੀ 'ਚ ਪਾਠ ਕਰੂੰਗਾ, ਗੁਰੂ ਨਾਨਕ ਸਾਹਿਬ ਕੋਲ ਜਾਊਂਗਾ, ਬੁਢੇਪੇ 'ਚ ਜਾਊਂਗਾ, ਹੁਣੇ ਹੀ ਚੱਲ। ਨਿੱਕੀਆਂ ਲੱਕੜਾਂ ਨੂੰ ਪਹਿਲਾਂ ਅੱਗ ਪੈਂਦੀ ਆ, ਕੀ ਪਤਾ ਮੈਂ ਚਲਿਆ ਜਾਵਾਂ, ਮੈਨੂੰ ਮੌਤ ਰੂਪੀ ਲਾੜਾ ਵਿਆਹ ਕੇ ਲੈ ਜੇ ਮੇਰੀ ਜਿੰਦ ਨੂੰ। ਇੱਦਾਂ ਫਿਰ ਉਹਨੇ ਨਾ ਫਿਰ ਸੰਗਤ ਕਰਨੀ ਸ਼ੁਰੂ ਕੀਤੀ। ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਹੋ ਕੇ ਬਹਿੰਦਾ ਸੀ। ਇਹ ਕਰਤਾਰਪੁਰ ਦੀਆਂ ਗੱਲਾਂ ਨੇ। ਮਹਾਰਾਜ ਨੇ ਉੱਥੇ 13 ਸਾਲ ਖੇਤੀ ਕੀਤੀ ਆ, ਹਲ ਵਾਹਿਆ ਹੈ। ਕਰਤਾਰਪੁਰ ਉਹਨੇ ਹੀ ਵਸਾਇਆ ਸੀ, ਗੁਰੂ ਨਾਨਕ ਸਾਹਿਬ ਜੀ ਨੇ ਵਸਾਇਆ ਸੀ। ਤਾਂ ਉੱਥੇ ਇਹਨੇ ਜਵਾਕ ਨੇ ਬਹੁਤ ਜ਼ਿਆਦਾ ਬੰਦਗੀ ਕੀਤੀ। ਮੇਰੇ ਕਹਿਣ ਦਾ ਭਾਵ ਇਹ ਆ ਵੀ ਜੇ ਤੁਸੀਂ ਸਮਝਣਾ ਨਾ, ਤਾਂ ਬਹੁਤ ਨਿੱਕੀ ਚੀਜ਼ ਤੋਂ ਸਮਝੋਗੇ। ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਬੰਦਾ ਜ਼ਿਆਦਾ ਕਰਕੇ ਨਹੀਂ ਸਮਝਦਾ। ਜਿਸ ਦਿਨ ਤੁਸੀਂ ਬਦਲੋਗੇ, ਘਰੇ ਪਈ ਚੀਜ਼ ਨਿੱਕੀ ਜਿਹੀ ਆ ਨਾ, ਜਿਵੇਂ ਅੱਗ ਬਲਦੀ, ਉਹਨੇ ਤੁਹਾਨੂੰ ਬਦਲ ਦੇਣਾ। ਮੁਰਝਾਏ ਹੋਏ ਫੁੱਲ ਨੇ ਤੁਹਾਨੂੰ ਬਦਲ ਦੇਣਾ, ਵੀ ਮੈਂ ਵੀ ਇੱਕ ਦਿਨ ਮੁਰਝਾਉਣਾ। ਜਿਵੇਂ ਗੁਲਾਬ ਹੁੰਦਾ, ਜਦੋਂ ਮੁਰਝਾਉਂਦਾ ਤੇ ਕਾਲੇ ਰੰਗ ਦਾ ਹੋ ਜਾਂਦਾ, ਉਹਦਾ ਉਹੀ ਹਾਲ ਹੁੰਦਾ ਜਿਹੜਾ ਬੰਦੇ ਦਾ ਮਰਨ ਤੋਂ ਬਾਅਦ ਹੁੰਦਾ। ਜੇ ਉਹ ਦੇਖੋਗੇ, ਉਹਨੂੰ ਦੇਖ ਕੇ ਤੁਸੀਂ ਬਦਲ ਸਕਦੇ ਹੋ। ਬਹੁਤ ਚੀਜ਼ਾਂ ਨੇ। ਇਸ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਮਿਲ ਸਾਧੂ ਦੁਰਮਤ ਖੋਏ, ਪਤਤ ਪਨੀਤ ਸਭ ਹੋਏ। ਸਾਧੂਆਂ ਨੂੰ ਮਿਲ ਕੇ ਮੇਰੇ ਮਾੜੇ ਕੰਮ ਜਿਹੜੇ ਨੇ ਉਹ ਗਵਾਚ ਹੀ ਗਏ। ਜਿਵੇਂ ਆਪਾਂ ਕਹਿੰਦੇ ਆ, ਮੇਰੇ ਹੀ ਨਾ ਇੱਕ ਪੈਨਸਲ ਸੀ, ਪੈਨ ਹੁੰਦਾ ਸੀ ਮੇਰੇ ਕੋਲੇ, ਉਹ ਗਵਾਚ ਗਿਆ, ਮੁੜ ਕੇ ਲੱਭਿਆ ਹੀ ਨਹੀਂ। ਆਮ ਇਹ ਚੀਜ਼ਾਂ ਸਾਥੋਂ ਗਵਾਚਦੀਆਂ ਨੇ। ਪੈਨ ਡਿੱਗ ਪਿਆ, ਲੱਭਿਆ ਹੀ ਨਹੀਂ ਮੁੜ ਕੇ। ਇੱਕ ਮੇਰੇ ਕੋਲ ਵਿਕਾਰ ਹੁੰਦਾ ਸੀ, ਜਦੋਂ ਮੈਂ ਗੁਰੂ ਕੋਲ ਜਾਂਦਾ ਨਹੀਂ ਸੀ, ਝੂਠ ਬੋਲਣ ਵਾਲਾ, ਨਿੰਦਿਆ ਕਰਨ ਵਾਲਾ, ਉਹ ਡਿੱਗ ਪਿਆ, ਮੁੜ ਕੇ ਲੱਭਿਆ ਨਹੀਂ। ਇਵੇਂ ਬਿਲਕੁਲ ਮਹਾਰਾਜ ਇਹ ਚੀਜ਼ ਨਾਲ ਕਹਿ ਰਹੇ ਨੇ, ਮਿਲ ਸਾਧੂ ਦੁਰਮਤ ਖੋਏ, ਗਵਾਚ ਗਏ। ਮਾੜੀਆਂ ਚੀਜ਼ਾਂ ਮੇਰੀਆਂ ਗੁੰਮ ਹੋ ਗਈਆਂ, ਮੁੜ ਕੇ ਲੱਭਦੀਆਂ ਹੀ ਨਹੀਂ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਨੇ ਸਾਨੂੰ, ਗੁਰੂ ਤੁਹਾਡੀਆਂ ਆਦਤਾਂ ਦੂਰ ਕਰਦਾ ਮਾੜੀਆਂ। ਹੁੰਨੇ ਤੁਸੀਂ ਉਹੀ ਹੋ, ਲਾਲ ਰੰਗ ਦਾ ਖੂਨ ਤੁਹਾਡੇ 'ਚ ਰਹਿਣਾ ਉਹੀ, 206 ਹੱਡੀਆਂ ਉਹੀ ਰਹਿਣੀਆਂ, ਸਰੀਰ ਦੀ ਚਮੜੀ ਵੀ ਉੱਦਾਂ ਦੀ ਰਹਿਣੀ ਹੈ। ਆਦਤਾਂ ਬਦਲਣਗੀਆਂ। ਗੁਰੂ ਜਿਹੜਾ ਹੈ ਨਾ, ਉਹ ਗੁਰੂ ਆਦਤ ਬਦਲਦਾ। ਕਬੀਰ ਸਾਹਿਬ ਦੀ ਇੱਕ ਮੈਂ ਸਾਖੀ ਪੜ੍ਹੀ, ਬੜੀ ਪਿਆਰੀ ਆ। ਤੁਹਾਡਾ ਗੁਰੂ ਨਾਲ ਪਿਆਰ ਪਵੇਗਾ, ਤੁਹਾਨੂੰ ਪਤਾ ਲੱਗੇਗਾ ਵੀ ਕਈਆਂ ਦਾ ਝੂਠ ਵੀ ਸੱਚ ਵਰਗਾ ਹੁੰਦਾ, ਕਈਆਂ ਦਾ ਸੱਚ ਵੀ ਝੂਠ ਵਰਗਾ ਹੁੰਦਾ।
ਕਬੀਰ ਸਾਹਿਬ ਜੀ ਇੱਕ ਦਿਨ ਬੈਠੇ ਬੰਦਗੀ ਕਰ ਰਹੇ ਸੀ। ਇੱਕ ਚੋਰ ਅੱਗੋਂ ਦੀ ਲੰਘਿਆ, ਇਹਨਾਂ ਦੇਖ ਲਿਆ, ਉਹ ਲੁਕ ਗਿਆ। ਪਿੱਛੇ ਪਿੱਛੇ ਦਰੋਗਾ ਆਇਆ। ਦਰੋਗਾ ਕਹਿੰਦੇ ਨੇ ਕਰਮਚਾਰੀ ਨੂੰ, ਸਰਕਾਰੀ ਕਰਮਚਾਰੀ, ਨਿਗਰਾਨੀ ਰੱਖਣ ਵਾਲਾ। ਮਹਾਨ ਕੋਸ਼ ਵਿੱਚ ਇਹਦੇ ਇਹ ਅਰਥ ਲਿਖੇ ਨੇ। ਦਰੋਗੇ ਦੇ ਭਾਈ ਕਾਹਨ ਸਿੰਘ ਨਾਭਾ ਵੀ ਨਿਗਰਾਨੀ ਰੱਖਣ ਵਾਲਾ। ਉਹ ਆਇਆ, ਕਹਿੰਦੇ ਕਬੀਰ ਜੀ ਇੱਥੇ ਇੱਕ ਚੋਰ ਆਇਆ, ਦੇਖਿਆ ਤੁਸੀਂ? ਕਹਿੰਦੇ ਨਹੀਂ, ਦੇਖਿਆ ਨਹੀਂ, ਮੈਂ ਨਹੀਂ ਦੇਖਿਆ, ਮੈਂ ਇੱਧਰ ਮਗਨ ਸੀ ਆਪਦਾ। ਠੀਕ ਆ, ਉਹ ਚਲਿਆ ਗਿਆ ਵਾਪਸ। ਚੋਰ ਨੇ ਆਵਾਜ਼ ਦਿੱਤੀ, ਕਬੀਰ ਤੈਨੂੰ ਪਾਪ ਲੱਗੇਗਾ। ਚੋਰ ਕਹਿ ਰਿਹਾ, ਕਬੀਰ ਸਾਹਿਬ ਜੀ ਤੁਹਾਨੂੰ ਪਾਪ ਲੱਗੇਗਾ, ਤੁਸੀਂ ਝੂਠ ਬੋਲਿਆ ਧਰਮ ਦੇ ਅਨੁਸਾਰ। ਕਹਿੰਦੇ ਮੈਂ ਝੂਠ ਬੋਲਿਆ, ਪਰ ਮੈਂ ਪਤਾ ਕਿਉਂ ਬੋਲਿਆ, ਕਿਉਂਕਿ ਕਈ ਵਾਰੀ ਵੱਡਾ ਪੁੰਨ ਕਰਨ ਲਈ ਪਾਪ ਕਰਨਾ ਪੈਂਦਾ। ਦੇਖੋ, ਕਈ ਵਾਰੀ ਵੱਡਾ ਪੁੰਨ ਕਰਨ ਲਈ ਪਾਪ ਕਰਨਾ ਪੈਂਦਾ। ਮੈਂ ਤਾਂ ਕੀਤਾ ਵੀ ਤੂੰ ਸੁਧਰ ਜੇ, ਤੂੰ ਆਪਦੀ ਗਲਤੀ ਨੂੰ ਸੁਧਾਰੇ। ਮੈਂ ਤੈਨੂੰ ਮੌਕਾ ਦੇਣ ਲਈ ਝੂਠ ਬੋਲਿਆ ਇਹ, ਵੀ ਅੱਗੇ ਤੋਂ ਨਾ ਚੋਰੀ ਕਰੀ, ਹੁਣ ਸੁਧਰ ਜਾ। ਇਹ ਕਹਿੰਦੇ ਮੈਂ ਨਾ ਜਿਹੜਾ ਆਪਣਾ ਬੋਲਿਆ ਹੋਇਆ ਪਾਪ ਆ, ਜਿਹੜਾ ਤੂੰ ਕਹਿ ਰਿਹਾ ਝੂਠ ਆ, ਮੈਂ ਬਖਸ਼ਾ ਲੂੰਗਾ, ਮੈਂ ਝੱਲ ਲੂੰਗਾ, ਪਰ ਤੂੰ ਸੁਧਰ ਜੀ। ਮੈਂ ਆਪਦਾ ਬੋਲਿਆ ਹੋਇਆ ਜਿਹੜਾ ਪਾਪ ਆ, ਝੂਠ ਤੈਨੂੰ ਲੱਗਦਾ ਪਾਪ ਆ, ਇਹ ਮੈਂ ਆਪੇ ਬਖਸ਼ ਲੂੰਗਾ, ਆਪੇ ਝੱਲ ਲੂੰਗਾ, ਪਰ ਤੂੰ ਸੁਧਰ ਜੀ, ਅੱਗੇ ਤੂੰ ਨਾ ਚੋਰੀ ਕਰੀ, ਇਹ ਮੈਂ ਤੇਰੇ ਲਈ ਕੀਤਾ। ਕਬੀਰ ਸਾਹਿਬ ਦਾ ਇੱਥੇ ਬੋਲਿਆ ਹੋਇਆ ਝੂਠ ਜਿਹੜਾ ਸੱਚ ਤੋਂ ਵੀ ਸੋਹਣਾ ਹੈ। ਕਿਸੇ ਨੂੰ ਸੁਧਾਰਨ ਦੀ ਖਾਤਰ ਜੇ ਤੁਸੀਂ ਕੁਝ ਕਰਨਾ ਵੀ ਪਵੇ ਕਈ ਵਾਰੀ ਇੱਦਾਂ, ਤਾਂ ਉਹ ਫਿਰ ਆਪਾਂ ਕਹਿੰਦੇ ਆ ਵੀ ਇਹਨੇ ਕੀਤਾ। ਮੈਂ ਮਤਲਬ ਕਿ ਕੋਈ ਗਾਂ ਆ ਰਹੀ ਆ, ਉਹਦੇ ਪਿੱਛੇ ਕਸਾਈ ਨੇ ਤੁਹਾਡੇ ਤੋਂ ਪੁੱਛੇ ਕੋਈ ਇੱਧਰ ਗਈ ਆ, ਤੁਸੀਂ ਕਹੋ ਹਾਂ ਇੱਧਰ ਗਈ ਆ, ਤੇ ਮਾਰ ਦੇਣ ਉਹਨੂੰ, ਪਾਪ ਹੀ ਆ ਉਹ, ਸੱਚ ਝੂਠ ਹਰ ਗਈ ਆ। ਤਾਂ ਕਈ ਵਾਰੀ ਇਹ ਵੀ ਗੱਲਾਂ ਦੇਖਣੀਆਂ ਪੈਂਦੀਆਂ ਨੇ। ਚੰਦੂ ਜਦੋਂ ਆਖਦਾ ਸੀ ਮੇਰੇ ਘਰੇ ਆ ਸਾਹਿਬਜ਼ਾਦੇ, ਇੱਦਾਂ ਫਿਰ ਉਹ ਮਤਲਬ ਗੰਗੂ ਜਦੋਂ ਆਖਦਾ ਸੀ, ਗੰਗੂ ਨੇ ਜਦੋਂ ਆਖਿਆ ਵੀ ਮੇਰੇ ਘਰੇ ਨੇ, ਤਾਂ ਉਹਦਾ ਬੋਲਿਆ ਹੋਇਆ ਜਿਹੜਾ ਸੱਚ ਆ ਉਹ ਝੂਠ ਤੋਂ ਵੀ ਭੈੜਾ ਵਾ। ਇੱਦਾਂ ਚੀਜ਼ਾਂ ਦੇਖਣੀਆਂ ਪੈਂਦੀਆਂ। ਕਬੀਰ ਸਾਹਿਬ ਜੀ ਨੇ ਉਹਨੂੰ ਆਖਿਆ ਕਿ ਦੇਖ, ਕਈ ਵਾਰੀ ਵੱਡਾ ਪੁੰਨ ਕਰਨ ਲਈ ਛੋਟਾ ਪਾਪ ਵੀ ਕਰਨਾ ਪੈਂਦਾ। ਮੈਂ ਝੂਠ ਤਾਂ ਬੋਲਿਆ ਵੀ ਤੂੰ ਸੁਧਰੇ, ਹੁਣ ਤੂੰ ਸੁਧਰ ਜੀ, ਅੱਗੇ ਤੋਂ ਚੋਰੀ ਨਾ ਕਰੀ। ਨਹੀਂ, ਅੱਗੇ ਤੋਂ ਜੇ ਤੂੰ ਆਵੇਂਗਾ ਨਾ ਇੱਥੇ ਤੇ ਲੁਕੇਗਾ ਤੇ ਮੈਂ ਕਹਿ ਦੂੰਗਾ ਫਿਰ ਇੱਥੇ ਹੀ ਆ। ਤਾਂ ਇੱਦਾਂ ਜਿਹੜੇ ਭਗਤਾਂ ਦੇ ਉਹਨਾਂ ਦੇ ਜਨਮ ਸਾਖੀਆਂ ਵਿੱਚ ਲਿਖੀਆਂ ਹੋਈਆਂ ਗੱਲਾਂ। ਗੁਰ ਗੋਪਾਲ ਆਨੰਦਾ, ਜਪ ਜਪ ਜੀਵੈ ਪਰਮਾਨੰਦਾ, ਜਨ ਨਾਨਕ ਨਾਮ ਤੇ ਆਇਆ, ਪ੍ਰਭ ਆਪਣਾ ਬਿਰਧ ਰਖਾਇਆ। ਹੇ ਗੁਰੂ, ਤੂੰ ਆਪਦਾ ਸੁਭਾਅ ਨਹੀਂ ਛੱਡਦਾ। ਵਾਰੀ ਵਾਰੀ ਉਹੀ ਗੱਲਾਂ ਆ ਰਹੀਆਂ ਨੇ ਵੀ ਆਪਾਂ ਸੁਭਾਅ ਛੱਡ ਜਾਂਦੇ ਆ, ਗੁਰੂ ਸੁਭਾਅ ਨਹੀਂ ਛੱਡਦਾ। ਚੰਗਾ ਬੰਦਾ ਸਾਨੂੰ ਕੋਈ ਮਿਲਦਾ, ਉਹ ਤਾਂ ਹੀ ਚੰਗਾ ਵਾ ਵੀ ਉਹਦਾ ਸੁਭਾਅ ਨਹੀਂ ਛੱਡਦਾ। ਮਾੜਾ ਬੰਦਾ ਤਾਂ ਮਾੜਾ, ਕੋਈ ਮਾੜਾ ਨਹੀਂ ਹੁੰਦਾ, ਬਸ ਉਹ ਆਪਦਾ ਸੁਭਾਅ ਛੱਡ ਜਾਂਦਾ। ਜਦੋਂ ਆਪਾਂ ਜਨਮਦੇ ਆ ਸਾਰਿਆਂ ਦਾ ਇੱਕੋ ਜਿਹਾ ਸੁਭਾਅ ਹੁੰਦਾ। ਜਦੋਂ ਬੱਚਾ ਜਨਮਦਾ ਹੈ ਉਹ ਨਿਰਮਲ ਹੁੰਦਾ, ਉਹ ਸਾਰਿਆਂ ਨੂੰ ਸੋਹਣਾ ਲੱਗਦਾ, ਸੁਭਾਅ ਇੱਕੋ ਜਿਹਾ। ਮੈਂ ਤਾਂ ਕਹਿ ਰਿਹਾ, ਉਹਦੀ ਈਰਖਾ ਨਹੀਂ ਹੁੰਦੀ ਕਿਸੇ ਦੀ ਬੱਚੇ ਨਾਲ, ਨਾ ਹੀ ਉਹ ਕਿਸੇ ਨਾਲ ਰੁੱਸਦਾ ਹੀ ਆ। ਵੀ ਆਪਾਂ ਕਹਿੰਦੇ ਆ ਵੀ ਇੱਕ ਬੱਚਿਆਂ ਵਾਲਾ ਰੁੱਸਾ ਹੁੰਦਾ, ਹੁਣ ਰੁੱਸੇ ਫਿਰ ਗੋਦੀ 'ਚ, ਫਿਰ ਰੁੱਸੇ ਫਿਰ ਗੋਦੀ 'ਚ, ਉਹ ਵਾਲੇ ਰੁੱਸੇ ਦੀ ਗੱਲ ਨਹੀਂ। ਪੱਕੇ ਤੌਰ ਤੇ ਰੁੱਸ ਜਾਣਾ, ਬੋਲਣਾ ਹੀ ਨਹੀਂ ਮੁੜ ਕੇ। ਇਹ ਚੀਜ਼ਾਂ ਜਨਮ ਸਮੇਂ ਸਾਡੇ 'ਚ ਨਹੀਂ ਹੁੰਦੀਆਂ। ਇਹ ਹੌਲੀ 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 ਅੱਗੇ ਅੱਗੇ ਵੱਧਦੇ ਜਾਂਦੇ ਆ, ਵੱਡੇ ਵੱਡੇ ਹੁੰਦੇ ਜਾਂਦੇ ਆ, ਫਿਰ ਇਹ ਚੀਜ਼ਾਂ ਵੱਧਦੀਆਂ ਨੇ। ਕਿਉਂ? ਅਸੀਂ ਆਪਦਾ ਅਸਲ ਛੱਡ ਜਾਂਦੇ ਆ, ਅਸਲ ਚੀਜ਼ ਭੁੱਲ ਜਾਂਦੇ ਆ, ਅਸਲ ਵਜੂਦ ਭੁੱਲ ਜਾਂਦੇ ਆ। ਬੱਚਿਆਂ ਵਰਗਾ ਸੁਭਾਅ ਜੇ ਸਾਡਾ ਅੱਜ ਵੀ ਹੋਵੇ ਨਾ, ਬਜ਼ੁਰਗੀ ਤੱਕ ਰਵੇ, ਫਿਰ ਤਾਂ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ, ਕਹਿੰਦੇ ਫਿਰ ਤਾਂ ਕਹਿਣ ਦੀ ਲੋੜ ਹੀ ਨਹੀਂ। ਪਾਇਓ ਬਾਲ ਬੁੱਧ ਸੁਖ ਰੇ, ਪਾਇਓ ਬਾਲ ਬੁੱਧ ਸੁਖ ਰੇ। ਹੇ ਇਨਸਾਨ, ਤੂੰ ਬੱਚੇ ਵਰਗਾ ਹੋ ਜਾ, ਇਹਦੇ ਨਾਲ ਹੀ ਤੈਨੂੰ ਸੁੱਖ ਮਿਲਣਾ। ਜੇ ਤੂੰ ਬਾਹਲਾ ਸਿਆਣਾ ਹੋ ਗਿਆ, ਫਿਰ ਤੂੰ ਲੋਕਾਂ ਨਾਲ ਈਰਖਾ ਹੀ ਕਰਨੀ ਆ, ਫਿਰ ਤੂੰ ਰੋਸੇ ਹੀ ਕਰਨੇ ਆ, ਫਿਰ ਤੂੰ ਗਿਲੇ ਹੀ ਕਰਨੇ ਆ, ਸ਼ਿਕਵੇ ਕਰਨੇ ਆ, ਈਰਖਾ ਕਰਨੀ ਆ। ਉਹ ਚੀਜ਼ਾਂ ਨੇ ਤੈਨੂੰ ਬੰਨ੍ਹ ਲੈਣਾ, ਉਹ ਚੀਜ਼ਾਂ ਨੇ ਤੈਨੂੰ ਛੁੱਟਣ ਨਹੀਂ ਦੇਣਾ, ਉਹ ਚੀਜ਼ਾਂ ਨੇ ਤੇਰੇ ਮਨ ਤੇ ਬੋਝ ਬਣ ਜਾਣਾ। ਜੇ ਮਨ ਤੇ ਇੱਕ ਵਾਰ ਬੋਝ ਬਣ ਜੇ, ਉਹ ਪੈਸੇ ਦੇ ਕੇ ਵੀ ਨਹੀਂ ਲੈਂਦਾ। ਤਾਂ ਹੀ ਕਿਹਾ ਜਾਂਦਾ, ਵਿਕਾਰ ਹੈਗੇ ਆ ਬੋਝ,
ਗੁਰੂ ਹੈਗਾ ਹੈ ਉਹਨਾਂ ਤੋਂ ਛਡਾਉਣ ਵਾਲਾ ਸਾਨੂੰ। ਵਿਕਾਰ ਹੈਗੇ ਆ 50, ਛਡਾਉਣ ਵਾਲਾ ਹੈ ਇੱਕ। ਮੱਛੀਆਂ ਫੜਨ ਵਾਲੇ ਮਛੇਰੇ 50 ਹੋਣ, ਛਡਾਉਣ ਵਾਲਾ ਇੱਕ ਹੋਵੇ, ਉਹ ਮੱਛੀਆਂ ਫੜੀਆਂ ਹੀ ਜਾਂਦੀਆਂ ਛੇਤੀ। ਸੰਭਾਵਨਾ ਇਹ ਆ ਵੀ 99% ਵੀ ਫੜੀਆਂ ਜਾਣਗੀਆਂ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰੋਸੇ ਗਲੇ, ਈਰਖਾ, ਦੁਬਦਾ, ਸਾੜੇ, ਇਹ ਚੀਜ਼ਾਂ ਬਹੁਤ ਨੇ। ਗੁਰੂ ਇੱਕ ਆ, ਗੁਰੂ ਇੱਕ ਹੈ, ਪਰਮਾਤਮਾ ਇੱਕ ਹੈ। ਚੀਜ਼ਾਂ ਵਾਲੀਆਂ ਨੇ ਫਸਾਉਣ ਵਾਲੀਆਂ, ਤੇ ਬੰਦਾ ਫਸ ਹੀ ਜਾਂਦਾ। ਬਹੁਤੇ ਲੋਕ ਤੁਹਾਨੂੰ ਸ਼ਿਕਾਰ ਦੇ ਵਿੱਚ ਫਸੇ ਹੋਏ ਦਿਖਣਗੇ, ਜਿਹੜੇ ਕ੍ਰੋਧ ਵਿੱਚ ਫਸ ਨਹੀਂ ਜਾਂਦੇ। ਉਹ ਇਉਂ ਸਮਝਿਆ ਕਰੋ ਵੀ ਹੁਣ ਇਹਨੂੰ ਜਾਲ ਪਾਇਆ ਹੋਇਆ ਇਹਦੇ ਉੱਪਰ, ਗੁੱਸੇ ਨੇ ਇਹਨੂੰ ਫੜ ਲਿਆ। ਗੁਰੂ ਜਿਹੜਾ ਹੈ, ਗੁਰੂ ਇਹਨੂੰ ਬਚਾਉਣਾ ਚਾਹੁੰਦਾ ਸੀ, ਪਰ ਇਹ ਪਿਆਰ ਕਰ ਬੈਠਾ ਇਹਨਾਂ ਚੀਜ਼ਾਂ ਦੇ ਨਾਲ, ਜਾਲ ਦੇ ਨਾਲ, ਸ਼ਿਕਾਰੀਆਂ ਦੇ ਨਾਲ ਪਿਆਰ ਕਰਦਾ। ਕਈ ਵਾਰੀ ਬੰਦਾ ਵਾਸ਼ਨਾ ਦੇ ਅਧੀਨ ਹੋ ਕੇ ਅਕਰਮ ਨਹੀਂ ਕਰ ਬਹਿੰਦਾ, ਉਹਦੇ ਚਰਿੱਤਰ ਤੇ ਦਾਗ ਲੱਗ ਜਾਂਦਾ, ਤੇ ਆਪਾਂ ਉਹਨੂੰ ਕਹਾਂਗੇ ਵੀ ਇਹ ਤੇ ਜਾਲ ਪੈ ਗਿਆ। ਹੁਣ ਵਿਕਾਰਾਂ ਨੇ ਇੱਥੇ ਜਾਲ ਪਾ ਲਿਆ। ਇੱਦਾਂ ਇੱਕ ਛੋਟੀ ਜਿਹੀ ਸਾਖੀ ਆਉਂਦੀ ਆ ਤੇ ਬੜੀ ਪਿਆਰੀ ਹੈ, ਤੁਹਾਨੂੰ ਹੋਰ ਸਮਝ ਆਊਗੀ ਵੀ ਅਸੀਂ ਗੁਰੂ ਦੀ ਬਾਣੀ ਪੜ੍ਹ ਕੇ ਵੀ ਕਿੱਦਾਂ ਫਸ ਜਾਂਦੇ ਹਾਂ, ਕਿੱਦਾਂ ਹੋ ਜਾਂਦਾ ਸਭ ਇਹ। ਕਹਿੰਦੇ ਨਾ, ਇੱਕ ਮਤਲਬ ਕਿ ਪੰਛੀ ਸਨ, ਤੋਤੇ ਸਨ, ਤੇ ਉਹਨਾਂ 'ਚ ਇੱਕ ਬਜ਼ੁਰਗ ਤੋਤਾ ਸੀ। ਉਹ ਜਾਣਦਾ ਸੀ, ਸਮਝਦਾ ਸੀ ਵੀ ਸ਼ਿਕਾਰੀ ਜਾਲ ਪਾਉਂਦੇ ਨੇ ਪਹਿਲਾਂ, ਫਿਰ ਉੱਤੇ ਚੋਗਾ ਖਿਲਾਰਦੇ ਨੇ, ਤੇ ਵੀ ਇਹਦੇ ਪਾਸੇ ਨਹੀਂ ਜਾਣਾ। ਹੁਣ ਇੱਕ ਦਿਨ ਕਲਾਸ ਲਾਈ ਸਾਰੇ ਛੋਟੇ ਤੋਤਿਆਂ ਦੀ, ਇਹ ਤਾਂ ਸਮਝਾਉਣ ਲਈ ਕਹਾਣੀ ਆ। ਉਹ ਕਹਿੰਦਾ ਵੀ ਦੇਖੋ, ਸ਼ਿਕਾਰੀ ਜਿਹੜੇ ਆਉਣਗੇ ਜਾਲ ਵਿਛਾਉਣਗੇ, ਮੇਰੇ ਪਿੱਛੇ ਪਿੱਛੇ। ਉਹ ਕਹਿੰਦਾ ਬੋਲੋ ਤੁਸੀਂ ਸਾਰੇ। ਉਹਨੇ ਬੁਲਾਇਆ, ਸ਼ਿਕਾਰੀ ਆਉਣਗੇ, ਜਾਲ ਵਿਛਾਉਣਗੇ, ਚੋਗਾ ਖਿਲਾਰਨਗੇ, ਆਪਾਂ ਚੋਗਾ ਨਹੀਂ ਚੁਗਣਾ ਕਿਉਂਕਿ ਫੜੇ ਜਾਵਾਂਗੇ। ਇਹਨਾਂ ਨੇ ਮੰਤਰ ਸਿੱਖ ਲਿਆ, ਸ਼ਿਕਾਰੀ ਆਵੇਗਾ, ਜਾਲ ਵਿਛਾਵੇਗਾ, ਫੜ ਕੇ ਲੈ ਜਾਵੇਗਾ, ਚੋਗਾ ਨਹੀਂ ਚੁਗਣਾ। ਉਹਨੇ ਦੁਹਰਾਤਾ। ਉਹਨੂੰ ਲੱਗਾ ਵੀ ਇਹ ਸਿੱਖ ਗਏ, ਹੁਣ ਨਹੀਂ ਫਸਣਗੇ। ਉਹ ਕਿਤੇ ਚਲਿਆ ਗਿਆ, ਹੋਰ ਡਾਹਣੀ ਤੇ ਜਾ ਕੇ ਬੈਠਿਆ। ਜਦੋਂ ਵਾਪਸ ਆਇਆ, ਇਹ ਸਾਰੇ ਫਸੇ ਹੋਏ ਨੇ। ਸ਼ਿਕਾਰੀ ਇਹਨਾਂ ਨੂੰ ਮੋਢਿਆਂ ਤੇ ਲੈ ਕੇ ਜਾ ਰਿਹਾ, ਜਾਲ ਦੇ ਵਿੱਚ ਫਸੇ ਨੇ, ਤੇ ਮੰਤਰ ਆ ਦੁਹਰਾ ਰਹੇ ਨੇ, ਸ਼ਿਕਾਰੀ ਆਵੇਗਾ, ਜਾਲ ਵਿਛਾਵੇਗਾ, ਫੜ ਕੇ ਲੈ ਜਾਵੇਗਾ, ਚੋਗਾ ਨਹੀਂ ਚੁਗਣਾ। ਕਹਿ ਹੋ ਰਹੇ ਨੇ, ਨਾਲੇ ਫੜੇ ਹੋਏ ਨੇ। ਗੁਰੂ ਦੀ ਬਾਣੀ ਆਪਾਂ ਪੜ੍ਹਦੇ ਹਾਂ, ਕਾਮ, ਕ੍ਰੋਧ, ਕਾਇਆ ਕੋ ਗੱਲ ਹੈ ਵੀ ਗੁੱਸਾ ਨਹੀਂ ਕਰਨਾ। ਮੂੰਹ 'ਚ ਪੰਗਤੀਆਂ ਨੇ, ਗੁੱਸਾ ਕਰੀ ਜਾਂਦੇ। ਨਾਨਕ ਨਿਰਗੁਣ ਗੁਣ ਕਰੇ ਕਹੀ ਜਾਂਦੇ ਆ, ਤੋਤਿਆਂ ਵਾਂਗ ਤੇ ਫਸੇ ਹੋਏ ਆ। ਇੱਦਾਂ ਇਹ ਚੀਜ਼ਾਂ ਨੇ। ਗੁਰਸਿੱਖ ਪਿਆਰਿਓ, ਬਹੁਤ ਬਰੀਕ ਆ ਗੁਰੂ ਦੀ ਬਾਣੀ। ਮੰਤਰ ਦੁਹਰਾ ਰਹੇ ਆ, ਤੋਤੇ ਫੜੇ ਹੋਏ ਆ ਸ਼ਿਕਾਰੀ ਦੇ। ਉਹ ਕਹਿੰਦਾ ਹੈਰਾਨ ਆ ਮੈਂ ਤੁਹਾਨੂੰ ਸਿਖਾਇਆ, ਤੁਸੀਂ ਫਸ ਕਿਵੇਂ ਗਏ? ਉਹ ਕਹਿੰਦੇ ਜੀ ਉਹ ਤਾਂ ਬਸ ਉੱਪਰੋਂ ਕਹਿੰਦੇ ਹੁੰਦੇ ਸੀ, ਅੰਦਰ ਨਹੀਂ ਨਾ, ਅਮਲ ਨਹੀਂ ਨਾ ਕੀਤਾ। ਅਮਲ ਜੇ ਕੀਤੇ ਦੁਨੀ ਵਿੱਚ ਡਰ ਗਏ ਆਏ ਕੰਮ। ਅਮਲਾਂ ਬਿਨਾਂ ਗੱਲ ਨਹੀਂ ਬਣਦੀ। ਹਰ ਵਾਰੀ ਕਥਾ ਦੀ ਸ਼ੁਰੂਆਤ ਵਿੱਚ ਇੱਕ ਗੱਲ ਕਹੀ ਜਾਂਦੀ ਆ, ਆਪਾਂ ਗੁਰੂ ਦੇ ਕੋਲ ਆ ਕੇ ਜਦੋਂ ਬਹਿੰਦੇ ਆ, ਉਦੋਂ ਅਸੀਂ ਹੋਰ ਵੀ ਸੋਹਣੇ ਹੋ ਜਾਂਦੇ ਆ, ਪਰ ਇਕੱਲੇ ਬਹਿਣ ਦੇ ਨਾਲ ਸੋਹਣੇ ਨਹੀਂ ਹੁੰਦੇ। ਜੋ ਗੁਰੂ ਕਹਿੰਦਾ ਉਹਨੂੰ ਪੜ੍ਹ ਕੇ, ਉਹਨੂੰ ਸੁਣ ਕੇ, ਉਹਨੂੰ ਮੰਨ ਕੇ, ਹਿਰਦੇ 'ਚ ਵਸਾ ਕੇ ਸੋਹਣੇ ਹੋਇਆ ਜਾਂਦਾ, ਇਕੱਲੇ ਬਹਿਣ ਦੇ ਨਾਲ ਨਹੀਂ। ਗੁਰੂ ਮਹਾਰਾਜ ਨੇ ਗੱਲਾਂ ਸਾਨੂੰ ਦੱਸੀਆਂ ਨੇ। ਸੋ ਉਹ ਤੋਤਿਆਂ ਵਾਲੀ ਗੱਲ ਨਾ ਹੋਵੇ। ਬਾਣੀ ਵੀ ਪੜ੍ਹੀ ਜਾਈਏ, ਗੁੱਸਾ ਵੀ ਕਰੀ ਜਾਈਏ, ਵਾਹਿਗੁਰੂ ਵੀ ਕਹੀ ਜਾਈਏ, ਈਰਖਾ ਵੀ ਕਰੀ ਜਾਈਏ, ਦੂਜਿਆਂ ਨਾਲ ਲੜੀ ਵੀ ਜਾਈਏ। ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਜੋ ਪੜ੍ਹੋ ਥੋੜ੍ਹਾ, ਅਮਲ ਵੱਧ ਕਰੋ। ਇੱਕ ਪੰਗਤੀ ਪੜ੍ਹ ਲਓ ਪਰ ਉਹਦੇ ਵਰਗੇ ਬਣੋ। ਇਹ ਸਿੱਖਿਆ ਮਿਲੀ ਆ ਗੁਰੂ ਦੀ ਬਾਣੀ ਤੋਂ, ਪੱਲੇ ਬੰਨ੍ਹ ਕੇ ਲੈ ਕੇ ਜਾਈਏ। ਇੰਨੀਆਂ ਕੁ ਬੇਨਤੀਆਂ ਨੂੰ ਆਪ ਜੀ ਸਵੀਕਾਰ ਕਰੋ। ਸੋ ਕੁਝ ਬੇਨਤੀਆਂ ਹਨ ਆਪ ਜੀ ਦੇ ਚਰਨਾਂ ਵਿੱਚ, ਨਿਮਰਤਾ ਸਹਿਤ ਸਾਰੀ ਸੰਗਤ ਦੇ ਬਹੁਤ ਪਿਆਰ ਦੇ ਨਾਲ ਹੀ ਆ ਬੇਨਤੀਆਂ। ਇੱਧਰ ਨਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਆ, ਉੱਥੇ ਕਿਸੇ ਬੀਬੀ ਨੇ ਪੈਟਰੋਲ ਪਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ, ਤੇ ਗੁਰਦੁਆਰਾ ਸਾਹਿਬ ਨੂੰ ਅੱਗ ਲਗਾ ਦਿੱਤੀ, ਜਿਹਦੇ ਵਿੱਚ ਉਹਨਾਂ ਦਾ ਸਾਰਾ ਹੀ ਨੁਕਸਾਨ ਹੋਇਆ। ਚਲੋ ਬਾਕੀ ਚੀਜ਼ਾਂ ਤਾਂ ਬਣ ਜਾਂਦੀਆਂ, ਜਿਵੇਂ ਗੁਰੂ ਮਹਾਰਾਜ ਦੇ ਸਰੂਪ ਨੇ। ਬੜੀ ਮੰਦਭਾਗੀ ਘਟਨਾ, ਇਹ ਤੁਸੀਂ ਪੜ੍ਹ ਲਈ ਹੋਣੀ ਆ ਅਖਬਾਰਾਂ ਦੇ ਵਿੱਚ, ਨਿਊਜ਼ ਤੇ ਵੀ ਆਈ ਆ।
ਸੋ ਉਹਨੂੰ ਮੁੱਖ ਰੱਖਦਿਆਂ ਹੋਇਆ ਨਾ ਹੁਣ ਆਪਾਂ, ਜਿਵੇਂ ਕਈ ਵਾਰੀ ਹੁੰਦਾ ਵੀ ਸਾਡੇ ਨਗਰ 'ਚ ਨਹੀਂ ਇਹ ਹੋ ਸਕਦਾ, ਮਾੜੇ ਲੋਕ ਜਿਹੜੇ ਨੇ ਉਹ ਕਿਤੇ ਵੀ ਜਾ ਸਕਦੇ ਨੇ, ਤਾਂ 4 ਵਜੇ ਸੁਬਾਹ ਪ੍ਰਕਾਸ਼ ਹੋ ਜਾਂਦਾ ਮਹਾਰਾਜ ਦਾ, ਤੇ 4 ਵਜੇ ਤੋਂ ਲੈ ਕੇ 8:30 ਵਜੇ ਤੱਕ ਗੁਰਦੁਆਰਾ ਸਾਹਿਬ ਦਾ ਜਿਹੜਾ ਦਰਬਾਰ ਹੈ ਉਹ ਖੁੱਲ੍ਹਾ ਹੋਇਆ ਕਰੇਗਾ। 8:30 ਵਜੇ ਲੋਕ ਲਾ ਦਿੱਤੇ ਜਾਣਗੇ, ਜਿੰਦਾ ਲਾ ਦਿੱਤਾ ਜਾਵੇਗਾ। ਜਿਹੜੀ ਵੀ ਸੰਗਤ ਨੇ ਮੱਥਾ ਟੇਕਣਾ ਹੈ, ਇਹਨਾਂ ਘਟਨਾਵਾਂ ਨੂੰ ਮੱਦੇ-ਨਜ਼ਰ ਰੱਖਦਿਆਂ ਹੋਇਆਂ ਇਹ ਕੀਤਾ ਜਾ ਰਿਹਾ। 4 ਵਜੇ ਤੋਂ ਲੈ ਕੇ ਸਵੇਰੇ 8:30 ਵਜੇ ਤੱਕ ਦਰਬਾਰ ਬਿਲਕੁਲ ਖੁੱਲ੍ਹਾ ਹੈ। ਤੁਸੀਂ ਜਦੋਂ ਮਰਜ਼ੀ ਆ ਕੇ ਨਤਮਸਤਕ ਹੋ ਸਕਦੇ ਹੋ। ਤਾਂ ਉਦੋਂ ਬਾਅਦ ਲੋਕ ਲਾ ਦਿੱਤਾ ਜਾਵੇਗਾ, ਕਿਉਂਕਿ ਉਹ ਪਿੰਡ ਦੇ ਵਿੱਚ ਸਾਰਾ ਗੁਰਦੁਆਰਾ ਸਾਹਿਬ ਉਹਨਾਂ ਨੇ ਪੈਟਰੋਲ ਪਾਇਆ, ਤੁਸੀਂ ਵੀਡੀਓ ਦੇਖ ਸਕਦੇ ਹੋ ਇੰਟਰਨੈਟ ਤੇ, ਸਭ ਦੇ ਘਰਾਂ ਵਿੱਚ ਆ। ਤੇ ਸ਼ਾਮ ਨੂੰ ਫਿਰ ਆਪਾਂ 5 ਵਜੇ ਫਿਰ ਜਿੰਦੇ ਖੁੱਲ੍ਹ ਜਿਆ ਕਰਨਗੇ, ਕਿਉਂਕਿ 5:30 ਵਜੇ ਕਥਾ ਹੁੰਦੀ ਆ, 5:20 ਤੇ ਸ਼ੁਰੂ ਹੁੰਦੀ ਆ। ਤਾਂ ਫਿਰ ਸ਼ਾਮ ਨੂੰ 5 ਵਜੇ ਤੋਂ ਲੈ ਕੇ ਤੇ ਰਹਿਰਾਸ ਹੋਣ ਤੱਕ, ਸੁੱਖ ਆਸਣ ਹੋਣ ਤੱਕ ਫਿਰ ਜਿੰਦੇ ਖੁੱਲ੍ਹੇ ਹੋਇਆ ਕਰਨਗੇ। ਸੋ ਇਹ ਨਿਮਰਤਾ ਸਹਿਤ ਬੇਨਤੀਆਂ ਨੇ ਵੀ ਕਿਸੇ ਨੂੰ ਕੋਈ ਮਨਾਹੀ ਨਹੀਂ ਕਰ ਰਹੇ ਗੁਰਦੁਆਰਾ ਸਾਹਿਬ ਆਉਣ ਦੀ। ਬਸ ਆਹ ਚੀਜ਼ਾਂ ਜੋ ਹੋ ਰਹੀਆਂ ਨੇ, ਜਿੱਦਾਂ ਦੇ ਹਾਲਾਤ ਨੇ, ਉਹਨਾਂ ਨੂੰ ਮੁੱਖ ਰੱਖਦੇ ਬੇਨਤੀਆਂ ਨੇ ਵੀ 4 ਵਜੇ ਤੋਂ ਲੈ ਕੇ ਸਵੇਰੇ 8:30 ਵਜੇ ਤੱਕ ਗੁਰਦੁਆਰਾ ਸਾਹਿਬ ਦਾ ਦਰਬਾਰ ਖੁੱਲ੍ਹਾ ਹੈ, ਸਭ ਨੂੰ ਜੀ ਆਇਆ ਹੈ। ਜਦੋਂ ਮਰਜ਼ੀ ਆ ਕੇ ਸਮੇਂ ਤੁਸੀਂ ਨਤਮਸਤਕ ਹੋ ਸਕਦੇ ਹੋ। ਉਦੋਂ ਬਾਅਦ ਲੋਕ ਲਾ ਦਿੱਤਾ ਜਾਵੇਗਾ। ਫਿਰ ਕਿਸੇ ਨੂੰ ਕੋਈ ਅਰਜੈਂਟ ਕੰਮ ਆ, ਕਿਸੇ ਨੇ ਅਰਦਾਸ ਕਰਾਉਣੀ ਆ, ਜਿਵੇਂ ਕਈ ਵਾਰੀ ਵਿਆਹ ਸ਼ਾਦੀਆਂ ਵਾਲੇ ਆਉਂਦੇ ਨੇ, ਉਹਨਾਂ ਨੂੰ ਕੋਈ ਮਨਾਹੀ ਨਹੀਂ, ਪਰ ਉਸ ਤੋਂ ਬਾਅਦ 5 ਵਜੇ ਲੋਕ ਖੁੱਲ੍ਹੇਗਾ। ਸੋ ਇਹ ਬੇਨਤੀਆਂ ਆਪ ਜੀ ਦੇ ਚਰਨਾਂ ਦੇ ਵਿੱਚ ਸੰਗਤ ਦੇ ਹਨ। ਗੁਰਸਿੱਖ ਪਿਆਰਿਓ, ਆਪਣਾ ਗੁਰੂ ਹੈ ਤੇ ਆਪਾਂ ਗੁਰਦੁਆਰਾ ਸਾਹਿਬ ਦੀ ਹਿਫਾਜ਼ਤ ਕਰਨੀ, ਧਿਆਨ ਰੱਖਣਾ, ਇਹ ਸਾਡਾ ਫਰਜ਼ ਬਣਦਾ ਹੈ। ਇਹ ਬੇਨਤੀਆਂ ਨੂੰ ਆਪ ਜੀ ਸਵੀਕਾਰ ਕਰੋ। ਆਓ ਹੁਣ ਆਪਾਂ ਰਲ ਕੇ ਇਕੱਠੇ ਹੋ ਕੇ ਉਸ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ। ਇੰਨੀਆਂ ਕੁ ਬੇਨਤੀਆਂ ਨੂੰ ਆਪ ਜੀ ਸਵੀਕਾਰ ਕਰੋ ਜੀ।